ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰਹੁ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਾਤ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਜੁਗੋ ਜੁਗ ਅਟਲ ਵਾਲੀਏ ਕੁਲ ਆਲਮ ਸਰਵਰੇ ਕਾਇਨਾਤ ਦੇ ਮਾਲਕ। ਰਾਜਾਨ ਰਾਜ ਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ। ਗੁਰੂ ਗਰੀਬ ਨਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਦਾ ਆਨੰਦ ਮਾਣ ਰਹੇ। ਗੁਰੂ ਖਾਲਸਾ ਸਾਧ ਸੰਗਤ ਜੀਓ, ਦਾਸ ਦੀ ਫਤਿਹ ਪ੍ਰਵਾਨ ਕਰਨੀ। ਪ੍ਰੇਮ ਦੇ ਨਾਲ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਮੂਹ ਗੁਰਸਿੱਖ ਮਾਈ ਭਾਈ ਸਤਿਗੁਰੂ ਸਾਹਿਬਾਂ ਦੀ ਪਾਵਨ ਹਜ਼ੂਰੀ ਦੇ ਵਿੱਚ ਸੱਜ ਕਰਕੇ ਗੁਰਬਚਨ ਪ੍ਰਕਾਸ਼ ਗੁਰਮਤਿ ਵਿਦਿਆਲੇ ਦੇ ਵਿਦਿਆਰਥੀ ਸਿੰਘਾਂ ਪਾਸੋਂ ਧੁਰ ਕੀ ਬਾਣੀ ਆਈ। ਤਿੰਨ ਸਗਲੀ ਚਿੰਤ ਮਿਟਾਈ ਕਲ ਯੁਗ ਮਹਿ ਕੀਰਤਨ ਪ੍ਰਧਾਨਾ। ਗੁਰਮੁਖ ਜਪੀਏ ਲਾਏ ਧਿਆਨਾ ਦੇ ਮਹਾਵਾਕਾਂ ਅਨੁਸਾਰ ਆਪ ਸੰਗਤਾਂ ਨੇ ਧੁਰ ਕੀ ਬਾਣੀ ਦਾ ਕੀਰਤਨ ਸਰਵਨ ਕਰਕੇ ਆਪਣੇ ਸਮੇਂ ਔਰ ਸਵਾਸਾਂ ਨੂੰ ਸਫਲ ਬਣਾਉਣ ਦਾ ਯਤਨ ਕੀਤਾ ਹੈ। ਗੁਰਮੁਖਾਂ ਪਿਆਰਿਆਂ ਨੇ ਸਤਿਗੁਰੂ ਸਾਹਿਬਾਂ ਦੇ ਚਰਨਾਂ ਦਾ ਓਟ ਆਸਰਾ ਲੈ ਕਰਕੇ ਬੰਦੀ ਛੋੜ ਦਿਵਸ ਨੂੰ ਸਤਿਗੁਰੂ ਸਾਹਿਬਾਂ ਦੀ ਕਿਰਪਾ ਦੇ ਨਾਲ ਬੰਦੀ ਛੋੜ ਦਿਵਸ ਦੇ ਸੰਬੰਧ ਵਿੱਚ ਇਹ ਗੁਰਮਤਿ ਸਮਾਗਮ ਕਰਵਾਏ ਹਨ। ਸਾਧ ਸੰਗਤ ਜੀ, ਧੰਨ ਧੰਨ ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਜਦੋਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦੀ ਦਾ ਜਾਮ ਪੀ ਕੇ ਸੱਚਖੰਡ ਜਾ ਬਿਰਾਜੇ, ਉਪਰੰਤ ਸਤਿਗੁਰੂ ਸਾਹਿਬ ਜੀ ਗੁਰਤਾ ਗੱਦੀ ਦੇ ਸਿੰਘਾਸਨ ਉੱਪਰ ਬਿਰਾਜਮਾਨ ਹੋਏ। ਚੰਦੂ ਜੋ ਜਹਾਂਗੀਰ ਬਾਦਸ਼ਾਹ ਦਾ ਦੀਵਾਨ ਸੀ, ਉਹਦੇ ਮਨ ਦੇ ਵਿੱਚ ਬੜੀ ਈਰਖਾ ਸੀ ਸਾਧ ਸੰਗਤ ਜੀ ਕਿ ਕਿਸੇ ਤਰੀਕੇ ਦੇ ਨਾਲ ਉਹ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੂੰ ਮਰਵਾਉਣਾ ਚਾਹੁੰਦਾ ਸੀ, ਖਤਮ ਕਰਵਾਉਣਾ ਚਾਹੁੰਦਾ ਸੀ। ਚੰਦੂ ਨੇ ਜਹਾਂਗੀਰ ਬਾਦਸ਼ਾਹ ਨੂੰ ਕਹਿ ਕੇ ਕਿ ਤੁਸੀਂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਦਿੱਲੀ ਆਪਣੇ ਪਾਸ ਬੁਲਾਓ। ਜਹਾਂਗੀਰ ਬਾਦਸ਼ਾਹ ਨੇ ਆਪਣੇ ਇੱਕ ਖਾਸ ਵਜ਼ੀਰ ਵਜੀਦ ਖਾਨ ਨੂੰ ਭੇਜਿਆ ਸਤਿਗੁਰੂ ਸਾਹਿਬਾਂ ਦੇ ਪਾਸ ਕਿ ਸਤਿਗੁਰੂ ਸਾਹਿਬਾਂ ਨੂੰ ਜਾ ਕੇ ਕਹੋ ਕਿ ਆਪ ਜੀ ਕਿਰਪਾ ਕਰਕੇ ਇੱਕ ਵਾਰ ਦਿੱਲੀ ਜ਼ਰੂਰ ਆਵੋ। ਬਾਦਸ਼ਾਹ ਆਪ ਜੀ ਦੇ ਦਰਸ਼ਨ ਕਰਨੇ ਚਾਹੁੰਦਾ ਹੈ। ਸਤਿਗੁਰੂ ਸਾਹਿਬਾਂ ਦੇ ਪਾਸ ਇਹ ਸੁਨੇਹਾ ਲੈ ਕੇ ਵਜੀਦ ਖਾਨ ਆਇਆ, ਬੇਨਤੀ ਕੀਤੀ। ਸਤਿਗੁਰੂ ਸਾਹਿਬਾਂ ਨੇ ਇਹਦੀ ਬੇਨਤੀ ਨੂੰ ਮੰਨ ਕੇ ਦਿੱਲੀ ਨੂੰ ਰਵਾਨਾ ਕੀਤਾ। ਇੱਥੇ ਸਤਿਗੁਰੂ ਸਾਹਿਬ ਜੀ ਰਸਤੇ ਵਿੱਚ ਅਨੇਕਾਂ ਕੌਤਕ ਕਰਦੇ ਹੋਏ ਜਦੋਂ ਦਿੱਲੀ ਪਹੁੰਚੇ, ਬਾਦਸ਼ਾਹ ਨੂੰ ਸਤਿਗੁਰਾਂ ਨੇ ਦਰਸ਼ਨ ਦਿੱਤੇ।
ਬਚਨ ਬਿਲਾਸ ਹੋਏ। ਬਾਦਸ਼ਾਹ ਸਤਿਗੁਰੂ ਸਾਹਿਬਾਂ ਦਾ ਸ਼ਾਹੀ ਲਿਬਾਸ ਵੇਖ ਕੇ, ਸੁੰਦਰ ਸਰੂਪ ਤੱਕ ਕੇ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ। ਸਤਿਗੁਰੂ ਸਾਹਿਬਾਂ ਦੇ ਚਰਨਾਂ ਦੇ ਵਿੱਚ ਇੱਕ ਬੇਨਤੀ ਕੀਤੀ ਕਿ ਮਹਾਰਾਜ, ਹਿੰਦੂ ਰਾਮ ਰਾਮ ਕਰਦੇ ਨੇ ਤੇ ਮੁਸਲਮਾਨ ਅੱਲਾ ਅੱਲਾ ਕਹਿੰਦੇ ਨੇ, ਪਰ ਆਪ ਜੀ ਕਿਰਪਾ ਕਰਕੇ ਦੱਸੋ ਕਿ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਕਿਸ ਨੂੰ ਥਾਂ ਮਿਲੇਗੀ। ਤਾਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਉਸ ਵਕਤ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਚੇਤੇ ਕਰਵਾਏ, ਹਿੰਦੂ ਮੁਸਲਮਾਨ ਦੋਏ ਦਰਗਹ ਅੰਦਰ ਲਹਿਣ ਨਾ ਢੋਈ, ਸ਼ੁਭ ਅੰਬਲਾਂ ਬਾਜੋਂ ਦੋਨੋਂ ਰੋਈ। ਸੋ ਸਤਿਗੁਰਾਂ ਨੇ ਬਚਨ ਕੀਤੇ ਕਿ ਜਿਹੜਾ ਵਾਹਿਗੁਰੂ ਪ੍ਰਮਾਤਮਾ ਦੀ ਰਜ਼ਾ ਅਨੁਸਾਰ ਨਹੀਂ ਚੱਲਦਾ, ਉਹਦੇ ਹੁਕਮ ਅਨੁਸਾਰ ਨਹੀਂ ਚੱਲਦਾ, ਆਪਣੀ ਮਨਮਰਜ਼ੀ ਕਰਦਾ ਏ, ਕੇਵਲ ਜਿਸ ਨੇ ਮਨਮਤ ਨੂੰ ਅੱਗੇ ਰੱਖਿਆ ਏ, ਉਹ ਚਾਹੇ ਮੁਸਲਮਾਨ ਧਰਮ ਦੇ ਵਿੱਚ ਹੋਵੇ ਚਾਹੇ ਹਿੰਦੂ ਧਰਮ ਦੇ ਵਿੱਚ ਹੋਵੇ, ਉਸ ਨੂੰ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਕੋਈ ਥਾਂ ਨਹੀਂ ਮਿਲੇਗੀ। ਵਾਹਿਗੁਰੂ ਪ੍ਰਮਾਤਮਾ ਦੇ ਚਰਨਾਂ ਦਾ ਸੁੱਖ ਉਸ ਨੂੰ ਪ੍ਰਾਪਤ ਹੁੰਦਾ ਹੈ ਜਿਹੜਾ ਉਹਦੇ ਹੁਕਮ ਵਿੱਚ ਰਹਿੰਦਾ ਏ। ਸਤਿਗੁਰਾਂ ਦੀ ਪਾਵਨ ਬਾਣੀ ਦੇ ਬਚਨ ਹਨ, ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਜਦੋਂ ਇਹ ਬਚਨ ਸਤਿਗੁਰਾਂ ਦੇ ਮੁਖ ਤੋਂ ਸਰਵਣ ਕੀਤੇ ਤੇ ਉਸੇ ਵਕਤ ਮਨ ਵਿੱਚ ਸੋਚਣ ਲੱਗਾ ਕਿ ਚਾਹੇ ਰਾਜਿਆਂ ਮਹਾਰਾਜਿਆਂ ਵਾਲਾ ਲਿਬਾਸ ਹੈ ਸਤਿਗੁਰੂ ਸਾਹਿਬਾਂ ਦਾ, ਪਰ ਅੰਦਰੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵਿਚਾਰਧਾਰਾ ਦੇ ਨਾਲ ਇਹ ਮਿਲੇ ਹੋਏ ਨੇ, ਸੰਤ ਬਿਰਤੀ ਦੇ ਮਾਲਕ ਹਨ। ਇਸ ਪ੍ਰਕਾਰ ਸਤਿਗੁਰੂ ਸਾਹਿਬਾਂ ਨੇ ਇਸ ਨੂੰ ਦਰਸ਼ਨ ਦਿੱਤੇ। ਜਹਾਂਗੀਰ ਬਾਦਸ਼ਾਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ। ਸੋ ਉਸੇ ਸਮੇਂ ਦੌਰਾਨ ਸਤਿਗੁਰੂ ਸਾਹਿਬਾਂ ਨੇ ਸ਼ੇਰ ਦਾ ਸ਼ਿਕਾਰ ਕੀਤਾ। ਇੱਕ ਘਾਹੀ ਸਿੱਖ ਦੀ ਘਟਨਾ ਵੀ ਉੱਥੇ ਵਾਪਰਦੀ ਏ, ਜਿਹੜਾ ਘਾਹ ਦੀ ਪੰਡ ਜਹਾਂਗੀਰ ਬਾਦਸ਼ਾਹ ਦੇ ਅੱਗੇ ਲੈ ਕੇ ਆ ਜਾਂਦਾ ਏ ਤੇ ਟਕਾ ਰੱਖ ਕੇ ਮੱਥਾ ਟੇਕਦਾ ਏ, ਪੁੱਛਦਾ ਹੈ ਕਿ ਮੇਰਾ ਲੋਕ ਅਤੇ ਪਰਲੋਕ ਸਵਾਰ ਦੇਵੋ। ਉਸ ਵਕਤ ਜਹਾਂਗੀਰ ਬਾਦਸ਼ਾਹ ਕਹਿਣ ਲੱਗਾ ਕਿ ਮੈਂ ਤਾਂ ਇਸ ਲੋਕ ਦੇ ਵਿੱਚ ਤੈਨੂੰ ਕੁਝ ਧਨ ਦੇ ਕੇ ਸੁੱਖ ਦੇ ਸਕਦਾ ਹਾਂ, ਪਰ ਪਰਲੋਕ ਦਾ फुटबॉल वर्ल्ड कप का है ये आखिरी पड़ाव। फैंस के लिए ये सेमीफाइनल है, पर इनके लिए तो अब हर मैच फाइनल है। लाइव देखोगे या किससे सुनते रह जाओगे? फुटबॉल वर्ल्ड कप के सेमीफाइनल्स दिसंबर 13 और 14 लाइव जियो सिनेमा ऐप पर डाउनलोड करें। Just create music, they craft a masterpiece. It's the finest Japanese craftsmanship. Oaksmith Gold. Peg it higher. ਭਲਾ ਕਰਨ ਦੀ ਮੇਰੇ ਕੋਲ ਸਮਰੱਥਾ ਨਹੀਂ। ਤਾਂ ਉਹ ਸਿੱਖ ਕਹਿਣ ਲੱਗਾ ਤੁਸੀਂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨਹੀਂ? ਕਹਿਣ ਲੱਗਾ ਨਹੀਂ, ਮੈਂ ਤਾਂ ਜਹਾਂਗੀਰ ਹਾਂ। ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਜੋ ਡੇਰਾ ਹੈ ਉਹ ਕੁਝ ਅੱਗੇ ਹੈ। ਉਸੇ ਵਕਤ ਉਹ ਟਕਾ ਵੀ ਫੜ ਲਿਆ ਸਾਧ ਸੰਗਤ ਦੀ ਤੇ ਛੇਤੀ ਦੇ ਨਾਲ ਕਹਿਣ ਲੱਗਾ ਫਿਰ ਤੇਰੇ ਅੱਗੇ ਕੁਝ ਅਰਪਣ ਕਰਕੇ ਮੱਥਾ ਟੇਕਣ ਦਾ ਤਾਂ ਕੋਈ ਫਾਇਦਾ ਨਹੀਂ। ਸਤਿਗੁਰੂ ਸਾਹਿਬਾਂ ਦੇ ਪਾਸ ਉਹ ਸਿੱਖ ਗਿਆ, ਸਤਿਗੁਰਾਂ ਦੇ ਚਰਨਾਂ ਵਿੱਚ ਨਮਸਕਾਰ ਕੀਤੀ, ਕਿਹਾ ਲੋਕ ਪਰਲੋਕ ਸਵਾਰ ਦੇਵੋ। ਸਤਿਗੁਰੂ ਸਾਹਿਬ ਜੀ ਬੜੇ ਪ੍ਰਸੰਨ ਹੋਏ, ਉਸ ਸਿੱਖ ਦਾ ਭਲਾ ਕੀਤਾ, ਉਸ ਨੂੰ ਨਿਹਾਲ ਕਰ ਦਿੱਤਾ। ਉਦੋਂ ਹੀ ਇਹ ਘਟਨਾ ਵਾਪਰਦੀ ਹੈ। ਜਦੋਂ ਜਹਾਂਗੀਰ ਬਾਦਸ਼ਾਹ ਦਾ ਝੁਕਾਅ ਸਤਿਗੁਰੂ ਸਾਹਿਬਾਂ ਵੱਲ ਹੁੰਦਾ ਵੇਖ ਕੇ ਜਿਹੜਾ ਚੰਦੂ ਪਾਪੀ ਸੀ ਉਹਦੇ ਮਨ ਵਿੱਚ ਬਹੁਤ ਭਾਰੀ ਈਰਖਾ ਪੈਦਾ ਹੋਈ, ਕਿਉਂਕਿ ਚੰਦੂ ਚਾਹੁੰਦਾ ਸੀ ਕਿ ਕਿਸੇ ਤਰੀਕੇ ਦੇ ਨਾਲ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੂੰ ਖਤਮ ਕਰਵਾਇਆ ਜਾਵੇ। ਬਾਦਸ਼ਾਹ ਦੇ ਨਾਲ ਨੇੜਤਾ ਵੱਧਦੀ ਵੇਖ ਕਰਕੇ ਇਹ ਮਨ ਵਿੱਚ ਦੁਖੀ ਹੋਇਆ। ਫਿਰ ਸਾਧ ਸੰਗਤ ਜੀ ਇਸ ਨੇ ਇੱਕ ਨਜੂਮੀਏ ਨੂੰ
5000 ਰੁਪਈਆ ਦੇਣਾ ਕਰਕੇ ਕਿਹਾ ਕਿ ਤੂੰ ਜਹਾਂਗੀਰ ਬਾਦਸ਼ਾਹ ਨੂੰ ਕਹਿ ਕਿ ਤੇਰੇ ਉੱਪਰ ਬਹੁਤ ਵੱਡੀ ਬਿਪਤਾ ਦਾ ਸਮਾਂ ਆਉਣ ਵਾਲਾ ਹੈ, ਤੇ ਜੇ ਤੂੰ ਆਪਣੀ ਤੰਦਰੁਸਤੀ ਵਾਸਤੇ ਕੋਈ ਉਪਾਅ ਨਾ ਕੀਤਾ ਤੇ ਫਿਰ ਤੇਰੇ ਬਚਣ ਦਾ ਕੋਈ ਵੀ ਹੱਲ ਨਹੀਂ ਹੈਗਾ। ਉਸ ਨਜੂਮੀਏ ਨੇ ਕਿਹਾ ਕਿ ਕੋਈ ਗੱਲ ਨਹੀਂ, ਜਿਸ ਤਰ੍ਹਾਂ ਤੁਸੀਂ ਕਿਹਾ ਮੈਂ ਇਸੇ ਤਰ੍ਹਾਂ ਕਹਿ ਕੇ ਬਾਦਸ਼ਾਹ ਨੂੰ ਮਨਾ ਲਵਾਂਗਾ। ਕਹਿਣ ਲੱਗਾ ਜਦੋਂ ਬਾਦਸ਼ਾਹ ਮੰਨ ਜਾਵੇ ਤੇ ਉਸ ਨੂੰ ਕਹਿਣਾ ਕਿ ਤੇਰਾ ਉਪਾਅ ਹੋ ਸਕਦਾ ਹੈ, ਜੇ ਕੋਈ ਤੇਰੇ ਵਾਸਤੇ, ਤੇਰੇ ਸਰੀਰ ਦੀ ਤੰਦਰੁਸਤੀ ਵਾਸਤੇ ਗਵਾਲੀਅਰ ਦੇ ਕਿਲੇ ਵਿੱਚ 40 ਦਿਨ ਜਾਪ ਕਰੇ ਤੇ ਫਿਰ ਤੇਰਾ ਭਲਾ ਹੋ ਸਕਦਾ ਏ, ਤੇਰੇ ਸਿਰ ਦੇ ਉੱਪਰ ਜੋ ਸਾੜ ਸਤੀ ਆਈ ਹੈ ਉਹ ਟਲ ਸਕਦੀ ਏ। ਸਾਧ ਸੰਗਤ ਜੀ, ਚੰਦੂ ਨੇ ਨਜੂਮੀਏ ਨੂੰ ਇਹ ਸਾਰੀ ਗੱਲ ਪੜ੍ਹਾ ਕੇ ਤੇ ਜਹਾਂਗੀਰ ਬਾਦਸ਼ਾਹ ਦੇ ਕੋਲ ਭੇਜਿਆ। ਜਹਾਂਗੀਰ ਬਾਦਸ਼ਾਹ ਦੇ ਕੋਲ ਜਾ ਕੇ ਉਹ ਨਜੂਮੀਆਂ ਕਹਿਣ ਲੱਗਾ ਕਿ ਬਾਦਸ਼ਾਹ ਤੇਰੇ ਉੱਪਰ ਬਹੁਤ ਵੱਡੀ ਬਿਪਤਾ ਆਉਣ ਵਾਲੀ ਏ, ਤੇਰੇ ਸਿਰ ਦੇ ਉੱਪਰ ਸਾੜ ਸਤੀ ਆ ਰਹੀ ਹੈ, ਜੇ ਤੂੰ ਇਸ ਦਾ ਉਪਾਅ ਨਾ ਕੀਤਾ ਤੇ ਤੇਰੇ ਬਚਣ ਦੀ ਕੋਈ ਵੀ ਉਮੀਦ ਨਹੀਂ ਹੈਗੀ। ਜਹਾਂਗੀਰ ਬਾਦਸ਼ਾਹ ਨੇ ਜਦੋਂ ਨਜੂਮੀਏ ਦੀਆਂ ਗੱਲਾਂ ਸੁਣੀਆਂ ਤੇ ਮਨ ਦੇ ਵਿੱਚ ਅੰਦਰੋਂ ਅੰਦਰੀ ਡਰ ਗਿਆ, ਘਬਰਾ ਗਿਆ, ਪੁੱਛਣ ਲੱਗਾ ਕਿ ਕੋਈ ਉਪਾਅ ਨਹੀਂ ਕੀਤਾ ਜਾ ਸਕਦਾ। ਤਾਂ ਨਜੂਮੀਏ ਨੇ ਕਿਹਾ ਉਪਾਅ ਕੀਤਾ ਜਾ ਸਕਦਾ ਹੈ। ਜੇ ਕੋਈ ਉੱਚੀ ਕੁੱਲ ਦਾ, ਜਿਹਦੀ ਸਾਰੇ ਸੰਸਾਰ ਦੇ ਵਿੱਚ ਬਹੁਤ ਭਾਰੀ ਮਨਤਾ ਹੋਵੇ, ਜਿਹੜਾ ਰਾਤ ਦਿਨ ਵਾਹਿਗੁਰੂ ਪਰਮਾਤਮਾ ਦੀ ਬੰਦਗੀ ਕਰਦਾ ਰਹਿੰਦਾ ਹੋਵੇ, ਕੋਈ ਐਸਾ ਵਿਅਕਤੀ ਜੇ ਤੁਹਾਡੇ ਨਿਮਿਤ ਤੁਹਾਡੀ ਤੰਦਰੁਸਤੀ ਵਾਸਤੇ ਗਵਾਲੀਅਰ ਦੇ ਕਿਲੇ ਵਿੱਚ 40 ਦਿਨ ਜਾਪ ਕਰੇ ਤੇ ਫਿਰ ਤੁਹਾਡੇ ਸਿਰ ਤੋਂ ਇਹ ਬਿਪਤਾ ਦਾ ਸਮਾਂ ਟਲ ਸਕਦਾ ਹੈ, ਹੋਰ ਕੋਈ ਯਤਨ ਨਹੀਂ ਹੋ ਸਕਦਾ। ਜਦੋਂ ਇਹ ਗੱਲ ਕਹੀ ਤੇ ਜਹਾਂਗੀਰ ਬਾਦਸ਼ਾਹ ਕਹਿਣ ਲੱਗਾ ਫਿਰ ਦੱਸੋ ਕਿ ਐਸਾ ਵਿਅਕਤੀ ਕੌਣ ਹੈ। ਤੇ ਚੰਦੂ ਨੇ ਪਹਿਲਾਂ ਹੀ ਪੜ੍ਹਾਇਆ ਹੋਇਆ ਸੀ। ਉਹ ਨਜੂਮੀਆਂ ਕਹਿਣ ਲੱਗਾ ਕਿ ਐਸਾ ਵਿਅਕਤੀ ਤਾਂ ਤੁਹਾਡੇ ਪਾਸ ਹੈ, ਧੰਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ। ਉਹ ਵਾਹਿਗੁਰੂ ਪਰਮਾਤਮਾ ਦੀ ਰਾਤ ਦਿਨ ਬੰਦਗੀ ਕਰਦੇ ਨੇ, ਉੱਚੀ ਕੁੱਲ ਦੇ ਵਿੱਚੋਂ ਹਨ, ਨੌਜਵਾਨ ਨੇ ਤੇ ਸਾਰੇ ਸੰਸਾਰ ਦੇ ਵਿੱਚ ਉਹਨਾਂ ਦੀ ਮੰਨਤਾ ਹੈ, ਸਾਰੇ ਉਹਨਾਂ ਦੇ ਅੱਗੇ ਆਪਣਾ ਸਿਰ ਝੁਕਾਉਂਦੇ ਨੇ, ਸਾਰੇ ਸਿੱਖ ਉਹਨਾਂ ਨੂੰ ਆਪਣਾ ਗੁਰੂ ਮੰਨਦੇ ਨੇ। ਤੇ ਜੇ ਉਹ ਗਵਾਲੀਅਰ ਦੇ ਕਿਲੇ ਵਿੱਚ ਜਾ ਕੇ 40 ਦਿਨ ਜਾਪ ਕਰਨ ਤੇ ਫਿਰ ਤੁਹਾਡੇ ਸਿਰ ਤੋਂ ਇਹ ਬਿਪਤਾ ਦਾ ਸਮਾਂ ਟਲ ਸਕਦਾ ਹੈ। ਸੋ ਜਹਾਂਗੀਰ ਬਾਦਸ਼ਾਹ ਨੇ ਸਤਿਗੁਰੂ ਸਾਹਿਬਾਂ ਨੂੰ ਆਪਣੇ ਪਾਸ ਬੁਲਾਇਆ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜੀ, ਨਜੂਮੀਏ ਨੇ ਮੈਨੂੰ ਦੱਸਿਆ ਏ ਕਿ ਮੇਰੇ ਸਿਰ ਦੇ ਉੱਪਰ ਬੜੀ ਭਾਰੀ ਬਿਪਤਾ ਦਾ ਸਮਾਂ ਆਉਣ ਵਾਲਾ ਏ, ਤੇ ਜੇ ਤੁਸੀਂ 40 ਦਿਨ ਗਵਾਲੀਅਰ ਦੇ ਕਿਲੇ ਵਿੱਚ ਜਾ ਕੇ ਮੇਰੇ ਵਾਸਤੇ, ਮੇਰੇ ਭਲੇ ਵਾਸਤੇ ਜਾਪ ਕਰੋ ਤੇ ਫਿਰ ਮੇਰੇ ਸਿਰ ਦੇ ਉੱਪਰੋਂ ਇਹ ਸਾੜ ਸਤੀ ਟਲ ਸਕਦੀ ਏ, ਨਹੀਂ ਤਾਂ ਮੇਰੇ ਸਿਰ ਦੇ ਉੱਪਰ ਬੜੀ ਭਾਰੀ ਬਿਪਤਾ ਦਾ ਸਮਾਂ ਜਿਹੜਾ ਆ ਜਾਵੇਗਾ। ਸਤਿਗੁਰਾਂ ਨੇ ਅੰਦਰੋਂ ਅੰਦਰ ਮਨ ਦੇ ਵਿੱਚ ਵਿਚਾਰਿਆ, ਮੁਸਕਰਾਏ, ਖੁਸ਼ ਹੋਏ ਤੇ ਜਹਾਂਗੀਰ ਬਾਦਸ਼ਾਹ ਨੂੰ ਕਹਿਣ ਲੱਗੇ ਕਿ ਜਹਾਂਗੀਰ ਬਾਦਸ਼ਾਹ, ਨਾ ਤੇਰੇ ਉੱਪਰ ਬਿਪਤਾ ਦਾ ਸਮਾਂ ਅਜੇ ਆਇਆ ਹੈ, ਨਾ ਕਿਸੇ ਹੋਰ ਦੇ ਉੱਪਰ ਬਿਪਤਾ ਦਾ ਸਮਾਂ ਆਇਆ ਹੈ। ਜਿਹਦੇ ਸਿਰ ਦੇ ਉੱਪਰ ਸਾੜ ਸਤੀ ਆਈ ਏ, ਬਿਪਤਾ ਆਈ ਏ, ਉਹਦੇ ਸਿਰ ਦੇ ਉੱਪਰੋਂ ਟਲ ਨਹੀਂ ਸਕਦੀ, ਉਹ ਚਾਹੇ ਜਿੰਨੇ ਮਰਜ਼ੀ ਯਤਨ ਕਰ ਲਵੇ। ਪਰ ਜੇ ਤੂੰ ਕਹਿਣਾ ਹੈ ਤੇ ਅਸੀਂ ਗਵਾਲੀਅਰ ਦੇ ਕਿਲੇ ਵਿੱਚ 40 ਦਿਨ ਵਾਸਤੇ ਜ਼ਰੂਰ ਜਾਵਾਂਗੇ ਤੇ ਉੱਥੇ ਜਾ ਕੇ ਜਾਪ ਵੀ ਕਰਾਂਗੇ। ਸਾਧ ਸੰਗਤ ਜੀ, ਜਹਾਂਗੀਰ ਬਾਦਸ਼ਾਹ ਬਹੁਤ ਜ਼ਿਆਦਾ ਖੁਸ਼ ਹੋਇਆ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਮੀਰੀ ਪੀਰੀ ਦੇ ਮਾਲਕ ਆਪਣੇ ਕੁਝ ਸਿੱਖਾਂ ਨੂੰ ਨਾਲ ਲੈ ਕੇ ਗਵਾਲੀਅਰ ਦੇ ਕਿਲੇ ਵਿੱਚ ਗਏ ਨੇ। ਇੱਥੋਂ ਦਾ ਜਿਹੜਾ ਦਰੋਗਾ ਸੀ ਹਰਦਾਸ,
ਉਸ ਨੂੰ ਜਹਾਂਗੀਰ ਬਾਦਸ਼ਾਹ ਨੇ ਕਿਹਾ ਕਿ ਗੁਰੂ ਸਾਹਿਬਾਂ ਨੂੰ ਹਰ ਰੋਜ਼ ਸਰਕਾਰੀ ਖਜ਼ਾਨੇ ਦੇ ਵਿੱਚੋਂ 500 ਰੁਪਈਆ ਦੇਣਾ ਹੈ ਖਰਚੇ ਵਾਸਤੇ। ਸਤਿਗੁਰੂ ਸਾਹਿਬ ਜੀ ਜਿਸ ਦਿਨ ਗਵਾਲੀਅਰ ਦੇ ਕਿਲੇ ਵਿੱਚ ਗਏ ਤੇ ਸਤਿਗੁਰੂ ਸਾਹਿਬਾਂ ਤੋਂ ਪਹਿਲਾਂ ਸਾਧ ਸੰਗਤ ਜੀ ਉਸ ਕਿਲੇ ਦੇ ਵਿੱਚ ਜਹਾਂਗੀਰ ਬਾਦਸ਼ਾਹ ਨੇ 52 ਰਾਜੇ ਕੈਦ ਕੀਤੇ ਹੋਏ ਸਨ ਤੇ ਇਹ 52 ਰਾਜਿਆਂ ਦੀ ਹਾਲਤ ਇੰਨੀ ਜ਼ਿਆਦੀ ਮਾੜੀ ਸੀ, ਨਾ ਸਰੀਰ ਦੇ ਉੱਪਰ ਕੋਈ ਚੰਗਾ ਬਸਤਰ ਸੀ, ਜਿਹੜੇ ਬਸਤਰ ਪਹਿਨੇ ਹੋਏ ਸਨ ਉਹ ਵੀ ਪੁਰਾਣੇ ਤੇ ਪਾਟੇ, ਨਾ ਹੀ ਸਰੀਰ ਦੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਸਾਧ ਸੰਗਤ ਜੀ ਕਿਸੇ ਤਰ੍ਹਾਂ ਦਾ ਕੋਈ ਚਿਹਰੇ ਦੇ ਉੱਪਰ ਪ੍ਰਭਾਵ ਰਿਹਾ, ਕਿਉਂਕਿ ਭੁੱਖੇ ਰਹਿਣ ਕਰਕੇ ਪ੍ਰਸ਼ਾਦਾ ਪਾਣੀ ਥੋੜਾ ਮਿਲਣ ਕਰਕੇ ਸਰੀਰ ਵੀ ਇਹਨਾਂ ਦੇ ਕਮਜ਼ੋਰ ਹੋ ਚੁੱਕੇ ਸਨ। ਬਹੁਤ ਭਾਰੀ ਸਜ਼ਾ ਨੂੰ ਸਹਾਰਦੇ ਹੋਏ ਇੰਨੇ ਜ਼ਿਆਦਾ ਦੁਖੀ ਸਨ ਪਿਛਲੇ ਲੰਮੇ ਸਮੇਂ ਤੋਂ ਕਿ ਸਾਰਾ ਦੁੱਖ ਰੋ ਰੋ ਕੇ ਸਤਿਗੁਰੂ ਸਾਹਿਬਾਂ ਨੂੰ ਸੁਣਾਇਆ ਤੇ ਬੇਨਤੀ ਕੀਤੀ, ਮਹਾਰਾਜ ਅਸੀਂ ਤੁਹਾਡੀ ਬਹੁਤ ਵਡਿਆਈ ਸੁਣੀ, ਵੱਡੇ ਸਤਿਗੁਰਾਂ ਨੇ ਵੀ ਬਹੁਤ ਜ਼ਿਆਦਾ ਸੰਸਾਰ ਦੇ ਵਿੱਚ ਲੋਕਾਈ ਦਾ ਭਲਾ ਕੀਤਾ ਹੈ। ਜੇ ਆਪ ਜੀ ਕਿਰਪਾ ਕਰਕੇ ਇਸ ਕਿਲੇ ਦੇ ਵਿੱਚ ਆਏ ਹੋ ਤੇ ਕਿਰਪਾ ਕਰਕੇ ਸਾਨੂੰ ਇਸ ਕਿਲੇ ਦੇ ਵਿੱਚੋਂ ਆਜ਼ਾਦ ਕਰਵਾ ਦੇਵੋ। ਜੇ ਆਜ਼ਾਦ ਨਹੀਂ ਕਰਵਾਉਣਾ ਤਾਂ ਕਿਰਪਾ ਕਰਕੇ ਜੋ ਸਾਨੂੰ ਪ੍ਰਸ਼ਾਦਾ ਪਾਣੀ ਵੀ ਛਕਣ ਵਾਸਤੇ ਨਹੀਂ ਚੰਗੀ ਤਰ੍ਹਾਂ ਮਿਲਦਾ, ਐਸੀ ਕਿਰਪਾ ਕਰੋ ਕਿ ਸਾਨੂੰ ਛਕਣ ਛਕਾਉਣ ਵਾਸਤੇ ਪ੍ਰਸ਼ਾਦਾ ਪਾਣੀ ਮਿਲ ਜਾਵੇ। ਸਤਿਗੁਰੂ ਸਾਹਿਬਾਂ ਨੇ ਉਸੇ ਵਕਤ ਜਿਹੜਾ 500 ਰੁਪਈਆ ਮਿਲਿਆ ਸੀ, ਸਿੱਖਾਂ ਨੂੰ ਕਿਹਾ ਕਿ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰੋ, ਲੰਗਰ ਤਿਆਰ ਕਰੋ। ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਗਈ, ਲੰਗਰ ਤਿਆਰ ਕੀਤਾ ਗਿਆ। ਜਿੰਨੇ ਵੀ ਰਾਜੇ ਸਨ ਉਹਨਾਂ ਨੂੰ ਕੜਾਹ ਪ੍ਰਸ਼ਾਦ ਦੀ ਦੇਗ ਛਕਾਈ, ਫਿਰ ਲੰਗਰ ਪ੍ਰਸ਼ਾਦ ਛਕਾਇਆ ਅਤੇ ਨਵੇਂ ਬਸਤਰ ਸਾਰੇ ਰਾਜਿਆਂ ਨੂੰ ਸਤਿਗੁਰੂ ਸਾਹਿਬਾਂ ਨੇ ਲੈ ਕੇ ਦਿੱਤੇ। ਪਹਿਲੇ ਦਿਨ ਹੀ ਇਸ ਤਰ੍ਹਾਂ ਸਤਿਗੁਰੂ ਸਾਹਿਬਾਂ ਦਾ ਦਰਸ਼ਨ ਕਰਕੇ ਤੇ ਰਾਜਿਆਂ ਨੇ ਆਪਣਾ ਸਵਾਗਤ ਹੁੰਦਾ ਦੇਖ ਕਰਕੇ ਬਹੁਤ ਜ਼ਿਆਦਾ ਸੁੱਖ ਮਹਿਸੂਸ ਕੀਤਾ। ਇੰਨਾ ਕੁ ਭਾਰੀ ਸੁੱਖ ਮੰਨਿਆ ਕਿ ਜਿਵੇਂ ਅੱਜ ਇਹਨਾਂ ਰਾਜਿਆਂ ਨੂੰ ਆਜ਼ਾਦੀ ਮਿਲ ਗਈ ਹੋਵੇ। ਸਾਧ ਸੰਗਤ ਜੀ ਸਤਿਗੁਰੂ ਸਾਹਿਬਾਂ ਨੇ ਕਿਹਾ ਕਿ ਅਸੀਂ ਜਿਹੜੀ ਸਰਕਾਰੀ ਖਜ਼ਾਨੇ ਦੇ ਵਿੱਚੋਂ ਮਾਇਆ ਮਿਲਦੀ, ਇਸ ਮਾਇਆ ਦੇ ਨਾਲ ਜਿਹੜੀ ਰਸਤ ਲਿਆਂਦੀ ਜਾਂਦੀ ਏ, ਉਸ ਰਸਤ ਦਾ ਜੋ ਲੰਗਰ ਤਿਆਰ ਹੁੰਦਾ ਏ, ਉਸ ਲੰਗਰ ਨੂੰ ਅਸੀਂ ਅੰਗੀਕਾਰ ਨਹੀਂ ਕਰਨਾ। ਸਿੱਖਾਂ ਨੂੰ ਕਿਹਾ ਕਿ ਤੁਸੀਂ ਗਵਾਲੀਅਰ ਸ਼ਹਿਰ ਦੇ ਵਿੱਚ ਜਾਓ, ਮਿਹਨਤ ਮਜ਼ਦੂਰੀ ਕਰਕੇ ਜੋ ਤੁਸੀਂ ਪੈਸੇ ਕਮਾ ਕੇ ਲਿਆਵੋਗੇ, ਉਹਨਾਂ ਪੈਸਿਆਂ ਦੇ ਨਾਲ ਜਿਹੜੀ ਰਸਤ ਲਿਆਂਦੀ ਜਾਵੇਗੀ, ਉਹੀ ਰਸਤ ਅਸੀਂ ਆਪਣੇ ਛਕਣ ਵਾਸਤੇ ਵਰਤਾਂਗੇ। ਰਾਜੇ ਦੇ ਘਰ ਦੇ ਪੈਸੇ ਅਸੀਂ ਨਹੀਂ ਵਰਤਾਂਗੇ। ਸਿੱਖਾਂ ਨੇ ਸਾਧ ਸੰਗਤ ਜੀ ਗਵਾਲੀਅਰ ਦੇ ਕਿਲੇ ਵਿੱਚ ਕਿਲੇ ਚੋਂ ਬਾਹਰ ਜਾ ਕੇ ਮਜ਼ਦੂਰੀ ਕੀਤੀ, ਕੁਝ ਧਨ ਲਿਆਂਦਾ ਤੇ ਉਸ ਧਨ ਦੀ ਜੋ ਰਸਤ ਲਿਆਂਦੀ ਗਈ, ਉਹੀ ਪ੍ਰਸ਼ਾਦਾ ਸਤਿਗੁਰੂ ਸਾਹਿਬਾਂ ਨੂੰ ਤਿਆਰ ਕਰਕੇ ਗੁਰਸਿੱਖ ਹਰ ਰੋਜ਼ ਛਕਾਇਆ ਕਰਦੇ ਨੇ। ਇਸ ਪ੍ਰਕਾਰ ਸਾਧ ਸੰਗਤ ਜੀ ਜਦੋਂ 40 ਦਿਨ ਪੂਰੇ ਹੋ ਗਏ, ਜਹਾਂਗੀਰ ਬਾਦਸ਼ਾਹ ਨੂੰ ਚਿੱਤ ਚੇਤਾ ਹੀ ਭੁੱਲ ਗਿਆ ਹੈ ਕਿ 40 ਦਿਨਾਂ ਬਾਅਦ ਸਤਿਗੁਰੂ ਸਾਹਿਬਾਂ ਨੂੰ ਵਾਪਸ ਗਵਾਲੀਅਰ ਦੇ ਕਿਲੇ ਚੋਂ ਬੁਲਾਉਣਾ ਹੈ। ਜਦੋਂ 40 ਦਿਨਾਂ ਤੋਂ ਕੁਝ ਕੁ ਦਿਨ ਉੱਪਰ ਹੋ ਗਏ, ਬਾਬਾ ਬੁੱਢਾ ਸਾਹਿਬ ਜੀ ਵੀ ਸਤਿਗੁਰੂ ਸਾਹਿਬਾਂ ਦੇ ਦਰਸ਼ਨ ਕਰਨ ਵਾਸਤੇ ਆਏ ਨੇ। ਸਾਧ ਸੰਗਤ ਜੀ ਸਤਿਗੁਰਾਂ ਦੇ ਦਰਸ਼ਨ ਕੀਤੇ, ਚਰਨਾਂ ਤੇ ਨਮਸਕਾਰ ਕੀਤੀ। ਸਤਿਗੁਰੂ ਸਾਹਿਬਾਂ ਨੇ ਬਾਬਾ ਬੁੱਢਾ ਸਾਹਿਬ ਜੀ ਦਾ ਵੀ ਬਹੁਤ ਭਾਰੀ ਸਤਿਕਾਰ ਕੀਤਾ ਹੈ। ਕੁਝ ਸਮੇਂ ਬਾਅਦ ਜਦੋਂ ਦੇਖਿਆ ਗੁਰਸਿੱਖਾਂ ਨੇ ਕਿ ਜਹਾਂਗੀਰ ਬਾਦਸ਼ਾਹ ਨੂੰ ਤਾਂ ਚਿੱਤ ਚੇਤਾ ਹੀ ਭੁੱਲ ਗਿਆ, ਇਹ ਕੁਝ ਸਿੱਖਾਂ ਦੇ ਮਨ ਦੇ ਵਿੱਚ ਇਹ ਡਰ ਵੀ ਪੈਦਾ ਹੋ ਗਿਆ ਕਿ ਜਿਵੇਂ ਚੰਦੂ ਪਾਪੀ ਨੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਹੈ, ਕਿਤੇ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਵੀ ਇਸ ਤਰ੍ਹਾਂ ਨਾ ਕਰਨ। ਸਾਧ ਸੰਗਤ ਜੀ ਮਾਤਾ ਗੰਗਾ ਜੀ ਨੇ ਜੋ ਬਚਨ ਕੀਤੇ ਸਨ ਬਾਬਾ ਬੁੱਢਾ ਸਾਹਿਬ ਜੀ ਨੂੰ
बाबा बुढ़ा साहब जी ने भाई जेठा जी ते भाई पराणा जी दे ताई वो बचन कीते ते भाई जेठा जी ते भाई पराणा जी दोवां गुरसिखां ने रात दे समय गुरु घर दे विचों जो बख्शिशां मिलियां सन उन्हां बख्शिशां दी वरतों कीती। गुप्त रूप दे विच जिथे जहांगीर बादशाह दा महल सी, जिथे सुता पिया सी, उत्थे गुरसिख गए ने। दोवां ने शेरां दा रूप धारण कीता ते जहांगीर बादशाह दी छाती दे उपर अपने पंजे रखे। जदों प्रतख शेरां नूं अपनियां अखां दे सामने वेखिया जहांगीर बादशाह ने, उसे वक्त डर गया है, अंदरों कंब गया है। उसे वक्त रौला पाउण लग पिया कि जिहड़ी साड़ सती बारे, जिस विपता बारे नजूमीए ने मैनू दसिया सी, वो इहो ही विपता है जिहड़ी अज मेरे सामने आ गई है। उस वक्त धन श्री गुरु हरगोबिंद पातशाह महाराज जी नूं याद कीता। जदों सतगुरां नूं याद कीता ते भाई जेठा जी ते भाई पराणा जी जो शेरां दे रूप विच सन, वो पिछां हट गए अते मनुखां दी आवाज़ दे विच कहा कि श्री गुरु हरगोबिंद पातशाह महाराज जी नूं 40 दिन वास्ते तू ग्वालियर दे किले विच जाप करन वास्ते भेजिया सी, पर हुण 40 दिनां तो उपर हो गए ने, पर तैनूं चेता ही नहीं कि सतगुरु साहिबां नूं वापस भी बुलाउणा है। ये बचन करके ये गुरसिख साध संगत जी अलोप हो गए। राजा बहुत ज्यादा घबराया ते डरिया है कि विपता बड़ी वड्डी मेरे सिर दे उपर आ गई है। जे धन श्री गुरु हरगोबिंद पातशाह महाराज ना हुंदे ते मेरे बचन की कोई उम्मीद नहीं सी। साध संगत जी दिन चढ़दियां सार इसने अपने वजीर वजीद खान नूं बुलाया है, सारी गल दसी। इधर धन श्री गुरु हरगोबिंद पातशाह महाराज सच्चे पातशाह जी नूं जदों पता लगा कि भाई जेठा जी ते भाई पराणा जी ने इस तरह करामात विखाई, सतगुरां ने दोवां गुरसिखां नूं अपने पास बुला के कहा कि जमुना नदी दे विचों पानी भर के ते फिर वो पानी जमुना नदी दे विच ही पा देवो ते फिर साडे पास आयो। दोवें गुरसिख गए ने, जमुना नदी दे विचों पानी भरिया ते फिर उस पानी नूं यमुना नदी दे विच ही पा दिता। सतगुरां ने कहा कि गुरु घर एक नदी दे प्रवाह की तरह है। गुरु घर दे विच शक्तियां दा कोई घाटा नहीं। चाहे गुरु घर दे विचों कोई सिख थोड़ियां बहुत शक्तियां लै लवे, गुरु घर नूं कोई फर्क नहीं पैंदा। सतगुरां ने बचन कीते कि तुसीं ये करामात विखाई है, पर करामात कहर दा नाम है। तुसीं करामात नहीं सी विखाउणी, तुहानूं जो तुसीं गलती कीती इहदा फल जरूर भुगतना पवेगा। भाई जेठा ने बेनती की, महाराज सच्चे पातशाह जी, मैनू बाबा बुढ़ा साहब जी ने कहा सी कि कोई यतन करो, 40 दिनों तो उपर हो गए ने, सिख बहुत ज्यादा चिंता तुर हैं। बाबा बुढ़ा साहब जी ने कहा, सतगुरु साहब जी मैनू माता गंगा जी ने कहा सी कि कोई यतन करो कि सतगुरु साहब जी किले चों बाहर आउण। सो जदों माता गंगा जी का अते बाबा बुढ़ा साहब जी का नाम लिया तो सतगुरां ने कहा कि जे माता जी ने अते बाबा बुढ़ा साहब होना की यही इच्छा है तो फिर असीं कुछ नहीं कहिंदे, पर फिर भी असीं ये गल कहांगे कि करामात कदे भी नहीं विखाउणी चाहिए। सो साध संगत जी, इस प्रकार जहांगीर बादशाह ने वजीद खान नूं सतगुरु साहिबां दे पास भेजिया है कि महाराज हुण आप जी कृपा करके ग्वालियर के किले तो वापस दिल्ली आ जावो। इधर जदों वजीद खान सतगुरां दे पास आया, आन के बेनती की, महाराज बादशाह जहांगीर ने तुहानूं अपने पास बुलाया है। सतगुरु साहिबां ने जदों आउण दी तैयारी की ते जिन्ने भी राजे सन सारियां ने सतगुरां दे चरण फड़ लए। महाराज सानू छड्ड के ना जायो,
ਜੇਕਰ ਤੁਸੀਂ ਇੱਥੇ ਆਏ ਤੇ ਸਾਨੂੰ ਐਵੇਂ ਲੱਗਾ ਕਿ ਅਸੀਂ ਵੀ ਜਿਉਂਦੇ ਹਾਂ, ਨਹੀਂ ਤਾਂ ਸਾਡੀ ਗਿਣਤੀ ਤਾਂ ਮੁਰਦਿਆਂ ਦੇ ਵਿੱਚ ਕੀਤੀ ਜਾਂਦੀ ਸੀ। ਨਾ ਅਸੀਂ ਜਿਉਂਦਿਆਂ ਦੇ ਵਿੱਚੋਂ ਸਾਂ ਤਾਂ ਨਾ ਮਰਿਆਂ ਦੇ ਵਿੱਚੋਂ। ਐਡੀ ਸਾਡੀ ਮਾੜੀ ਹਾਲਤ ਸੀ। ਆਪ ਜੀ ਨੇ ਕਿਰਪਾ ਕੀਤੀ ਕਿ 40 ਦਿਨ ਜਿਹੜੇ ਆਪ ਜੀ ਦੀ ਸੰਗਤ ਕੀਤੀ ਏ, ਇਹ ਬਹੁਤ ਜ਼ਿਆਦਾ ਸੁੱਖਾਂ ਦੇ ਨਾਲ ਸਮਾਂ ਬਤੀਤ ਹੋਇਆ ਹੈ। ਜਾਂ ਤਾਂ ਆਪ ਜੀ ਕਿਰਪਾ ਕਰਕੇ ਇੱਥੇ ਰਹੋ, ਜੇ ਇੱਥੇ ਨਹੀਂ ਰਹਿਣਾ ਤੇ ਸਾਨੂੰ ਵੀ ਇਸ ਕਿਲੇ ਦੇ ਵਿੱਚੋਂ, ਇਸ ਨਰਕ ਭਰੀ ਜ਼ਿੰਦਗੀ ਦੇ ਵਿੱਚੋਂ ਆਜ਼ਾਦ ਕਰਵਾਵੋ। ਤੇ ਸਤਿਗੁਰੂ ਸਾਹਿਬਾਂ ਦੇ ਸਾਧ ਸੰਗਤ ਜੀ ਬਚਨ ਹਨ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹੋ ਬਿਰਧ ਸੁਆਮੀ ਸੰਦਾ। ਸਤਿਗੁਰੂ ਸਾਹਿਬਾਂ ਦਾ ਸੁਭਾਅ ਹੈ, ਸਤਿਗੁਰੂ ਸਾਹਿਬਾਂ ਦੀ ਫਿਤਰਤ ਹੈ, ਆਦਤ ਹੈ। ਜਿਹੜਾ ਸ਼ਰਨ ਦੇ ਵਿੱਚ ਆ ਜਾਂਦਾ ਹੈ, ਉਹ ਚਾਹੇ ਪਾਪੀ ਹੋਵੇ ਚਾਹੇ ਪੁੰਨੀ ਹੋਵੇ, ਚਾਹੇ ਦੁਸ਼ਮਣ ਹੋਵੇ ਚਾਹੇ ਮਿੱਤਰ ਹੋਵੇ, ਚਾਹੇ ਅਮੀਰ ਹੋਵੇ ਚਾਹੇ ਗਰੀਬ ਹੋਵੇ, ਸਤਿਗੁਰੂ ਸਾਹਿਬ ਜੀ ਉਹਨੂੰ ਆਪਣੇ ਗਲ ਦੇ ਨਾਲ ਲਾ ਲੈਂਦੇ ਨੇ। ਤੇ ਜਿਹੜਾ ਵੀ ਸ਼ਰਨ ਵਿੱਚ ਆ ਜਾਂਦਾ ਹੈ, ਉਹਦੀ ਰੱਖਿਆ ਗੁਰੂ ਸਾਹਿਬ ਜੀ ਆਪ ਕਰਦੇ ਨੇ। ਤੇ ਸ਼ਰਨ ਆਏ ਦੀ ਰੱਖਿਆ ਕਰਨ ਵਾਸਤੇ ਚਾਹੇ ਸਤਿਗੁਰਾਂ ਨੂੰ ਆਪਾਂ ਕੁਰਬਾਨ ਹੀ ਕਿਉਂ ਨਾ ਕਰਨਾ ਪਵੇ, ਜਿਵੇਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਾਂ ਕੁਰਬਾਨ ਕਰ ਦਿੱਤਾ ਜਿਹੜੇ ਸ਼ਰਨ ਵਿੱਚ ਆਏ ਸੀ, ਕਸ਼ਮੀਰੀ ਪੰਡਤ, ਉਹਨਾਂ ਦੇ ਧਰਮ ਨੂੰ ਬਚਾਉਣ ਵਾਸਤੇ। ਸੋ ਸਤਿਗੁਰੂ ਸਾਹਿਬਾਂ ਦੀ ਜਦੋਂ ਇਹਨਾਂ ਨੇ ਸ਼ਰਨ ਗ੍ਰਹਿਣ ਕੀਤੀ, ਤਰਲੇ ਲਏ, ਮਿੰਨਤਾਂ ਕੀਤੀਆਂ, ਤਾਂ ਸਤਿਗੁਰਾਂ ਨੇ ਵਜੀਦ ਖਾਨ ਨੂੰ ਕਹਿ ਦਿੱਤਾ ਕਿ ਜਹਾਂਗੀਰ ਬਾਦਸ਼ਾਹ ਨੂੰ ਜਾ ਕੇ ਕਹਿ ਦੇਵੋ ਕਿ ਜਿੰਨੇ ਵੀ 52 ਰਾਜੇ ਤੂੰ ਕੈਦ ਕੀਤੇ, ਉਹਨਾਂ ਸਾਰਿਆਂ ਨੇ ਸਾਡੀ ਸ਼ਰਨ ਲੈ ਲਈ ਹੈ। ਤੇ ਜਿਹੜੇ ਸਾਡੀ ਸ਼ਰਨ ਦੇ ਵਿੱਚ ਆ ਗਏ ਨੇ, ਜਾਂ ਤਾਂ ਉਹਨਾਂ ਨੂੰ ਵੀ ਆਜ਼ਾਦ ਕੀਤਾ ਜਾਵੇ। ਜੇ ਉਹਨਾਂ ਨੂੰ ਆਜ਼ਾਦ ਨਹੀਂ ਕਰਨਾ ਤੇ ਫਿਰ ਅਸੀਂ ਵੀ ਇਸ ਕਿਲੇ ਦੇ ਵਿੱਚ ਹੀ ਰਹਾਂਗੇ। ਸਾਧ ਸੰਗਤ ਜੀ, ਜਦੋਂ ਇਹ ਬਚਨ ਸਤਿਗੁਰਾਂ ਨੇ ਵਜੀਦ ਖਾਨ ਨੂੰ ਕਹਿ ਦਿੱਤੇ, ਉਹਨੇ ਜਾ ਕੇ ਜਹਾਂਗੀਰ ਬਾਦਸ਼ਾਹ ਨੂੰ ਦੱਸਿਆ। ਜਹਾਂਗੀਰ ਬਾਦਸ਼ਾਹ ਬਹੁਤ ਜ਼ਿਆਦਾ ਦੁਚਿੱਤੀ ਦੇ ਵਿੱਚ ਪੈ ਗਿਆ ਕਿ ਇਹ ਕੀ ਹੋ ਗਿਆ। ਇਹਨਾਂ ਰਾਜਿਆਂ ਨੂੰ ਬੜੀ ਮੁਸ਼ਕਲ ਦੇ ਨਾਲ ਮੈਂ ਕੈਦ ਕੀਤਾ ਸੀ, ਜੇ ਇਹ ਆਜ਼ਾਦ ਹੋ ਗਏ ਤੇ ਕੱਲ ਨੂੰ ਕਿਤੇ ਮੇਰਾ ਵਿਰੋਧ ਨਾ ਕਰਨ ਲੱਗ ਪੈਣ। ਸਾਧ ਸੰਗਤ ਜੀ ਇਸ ਤਰ੍ਹਾਂ ਵਿਚਾਰਾਂ ਕਰਦਾ ਏ। ਅਖੀਰ ਸਾਈਂ ਮੀਆਂ ਮੀਰ ਜੀ ਆਉਂਦੇ ਨੇ। ਸਾਈਂ ਮੀਆਂ ਮੀਰ ਨੇ ਆਣ ਕੇ ਸਮਝਾਇਆ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਜਿਵੇਂ ਸ਼ਹੀਦੀ ਹੋਈ, ਸਾਰੀ ਗੱਲਬਾਤ ਦੱਸੀ ਕਿ ਕਿਵੇਂ ਚੰਦੂ ਪਾਪੀ ਨੇ ਸਤਿਗੁਰੂ ਸਾਹਿਬਾਂ ਦੇ ਉੱਪਰ ਬਹੁਤ ਭਾਰੀ ਜ਼ੁਲਮ ਢਾਇਆ। ਸਾਧ ਸੰਗਤ ਜੀ, ਜਹਾਂਗੀਰ ਬਾਦਸ਼ਾਹ ਨੂੰ ਸਮਝਾਇਆ ਕਿ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਉਸ ਗੱਦੀ ਦੇ ਮਾਲਕ ਹਨ ਜਿਸ ਗੱਦੀ ਦੇ ਪਹਿਲੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਤੁਹਾਡੇ ਵੱਡ ਵਡੇਰਿਆਂ ਦੇ ਵਿੱਚੋਂ ਬਾਬਰ ਨੂੰ ਰਾਜ ਭਾਗ ਦਿੱਤਾ। ਫਿਰ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਹਮਾਊਂ ਬਾਦਸ਼ਾਹ ਨੂੰ ਰਾਜ ਭਾਗ ਦਿੱਤਾ। ਫਿਰ ਅਕਬਰ ਬਾਦਸ਼ਾਹ ਨੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਤੇ ਕਹਿਣ ਲੱਗੇ ਸਾਈਂ ਮੀਆਂ ਮੀਰ ਜੀ ਕਿ ਹੁਣ ਤੁਸੀਂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਕੋਲੋਂ ਖੁਸ਼ੀਆਂ ਪ੍ਰਾਪਤ ਕਰੋ, ਕਿਤੇ ਵੇਖਿਓ ਕੋਈ ਸਖਤ ਬਚਨ ਨਾ ਕਰਵਾ ਲਿਓ। ਸੋ ਬਾਦਸ਼ਾਹ ਡਰ ਗਿਆ ਕਿ ਚੰਦੂ ਨੇ ਬਹੁਤ ਵੱਡੀ ਵਿਪਤਾ ਜਿਹੜੀ ਉਹ ਖੜੀ ਕਰ ਦਿੱਤੀ ਹੈ। ਅਖੀਰ ਜਹਾਂਗੀਰ ਬਾਦਸ਼ਾਹ ਨੇ ਸਾਧ ਸੰਗਤ ਜੀ ਇਹ ਚਾਲ ਖੇਡੀ ਕਿ ਗੁਰੂ ਸਾਹਿਬਾਂ ਨੂੰ ਜਾ ਕੇ ਕਹੋ ਕਿ ਜਿੰਨੇ ਰਾਜੇ ਤੁਹਾਡੇ ਚੋਲੇ ਦੇ ਪੱਲੇ ਨੂੰ ਫੜ ਕੇ ਬਾਹਰ ਆ ਜਾਣ, ਉਹਨੇ ਰਾਜਿਆਂ ਨੂੰ ਅਸੀਂ ਆਜ਼ਾਦ ਕਰਦੇ ਹਾਂ। ਸਤਿਗੁਰੂ ਸਾਹਿਬਾਂ ਨੇ ਸਾਧ ਸੰਗਤ ਜੀ ਜਦੋਂ ਪਤਾ ਲੱਗਾ ਤੇ 50 ਪੱਲਿਆਂ ਵਾਲਾ ਇੱਕ ਬਹੁਤ ਸੁੰਦਰ ਚੋਲਾ ਸਵਾਇਆ ਅਤੇ ਰਾਜਿਆਂ ਨੂੰ ਕਿਹਾ ਕਿ ਸਾਰੇ ਰਾਜੇ ਸਾਡਾ ਇੱਕ ਇੱਕ ਪੱਲਾ ਫੜ ਲਵੋ। ਸਾਧ ਸੰਗਤ ਜੀ, 50 ਰਾਜਿਆਂ ਨੇ 50 ਪੱਲਿਆਂ ਨੂੰ ਫੜ ਲਿਆ। 2 ਰਾਜੇ ਰਹਿ ਗਏ। ਉਹ ਬੇਨਤੀਆਂ ਕਰਨ ਲੱਗੇ, ਮਹਾਰਾਜ ਸਾਨੂੰ ਛੱਡ ਕੇ ਨਾ ਜਾਇਓ। ਤੇ ਜਦੋਂ ਜਿਹੜੇ ਨਿਹੰਗਾਂ ਸਿੰਘਾਂ ਵਾਲੇ ਚੋਲੇ ਹੁੰਦੇ ਨੇ, ਜਦੋਂ ਉਹ ਚੋਲਾ ਪਾਈਦਾ ਏ ਤੇ ਬਟਨ ਬੰਦ ਕਰਨ ਤੋਂ ਪਹਿਲਾਂ 2 ਤਣੀਆਂ ਦੇ ਨਾਲ ਉਹ ਚੋਲੇ ਨੂੰ ਬੰਨੀਦਾ ਏ।
ਤੇ ਜਿਹੜੇ 2 ਰਾਜੇ ਰਹਿ ਗਏ ਸੀ ਉਹ 2 ਤਣੀਆਂ ਸਤਿਗੁਰਾਂ ਨੇ ਉਹਨਾਂ ਰਾਜਿਆਂ ਨੂੰ ਫੜਾਈਆਂ। ਇਸ ਤਰ੍ਹਾਂ 52 ਰਾਜਿਆਂ ਨੂੰ ਸਤਿਗੁਰੂ ਸਾਹਿਬਾਂ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਆਜ਼ਾਦ ਕਰਵਾਇਆ। ਸੋ ਸਾਧ ਸੰਗਤ ਜੀ, ਸਤਿਗੁਰੂ ਸਾਹਿਬਾਂ ਨੇ ਜਦੋਂ 52 ਰਾਜਿਆਂ ਨੂੰ ਆਜ਼ਾਦ ਕਰਵਾਇਆ ਤੇ ਫਿਰ ਸਤਿਗੁਰੂ ਸਾਹਿਬਾਂ ਨੂੰ ਬੰਦੀ ਛੋੜ ਦਾਤਾਰ ਪਿਤਾ ਦੇ ਨਾਮ ਦੇ ਨਾਲ ਸਾਰੇ ਸਿੱਖ ਜਿਹੜੇ ਸਨ ਉਹ ਆਜ਼ਾਦ ਕਰਨ ਲੱਗ ਪਏ। ਸੋ ਅੱਜ ਆਪਾਂ ਉਹ ਬੰਦੀ ਛੋੜ ਦਿਵਸ ਮਨਾ ਰਹੇ ਹਾਂ। ਸਤਿਗੁਰੂ ਸਾਹਿਬਾਂ ਦੀ ਯਾਦ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਸੱਜ ਬੈਠੇ ਹਾਂ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਸਮੇਂ ਦੀ ਵੀ ਸਮਾਪਤੀ ਹੋ ਗਈ ਏ ਤੇ 1-2 ਮਿੰਟ ਲਾ ਕੇ ਮੈਂ ਸਮਾਪਤੀ ਕਰ ਦੇਣੀ ਏ। ਸਾਧ ਸੰਗਤ ਜੀ, ਜਿੱਥੇ ਅੱਜ ਆਪਾਂ ਸਤਿਗੁਰੂ ਸਾਹਿਬਾਂ ਦਾ ਬੰਦੀ ਛੋੜ ਦਿਵਸ ਮਨਾ ਰਹੇ ਹਾਂ, ਉੱਥੇ ਹਰ ਇੱਕ ਗੁਰਸਿੱਖ ਦਾ ਫਰਜ਼ ਬਣਦਾ ਹੈ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਵੱਧ ਤੋਂ ਵੱਧ ਅਦਬ ਸਤਿਕਾਰ ਕੀਤਾ ਜਾਵੇ, ਕਿਉਂਕਿ ਥਾਂ ਥਾਂ ਦੇ ਉੱਪਰ ਸਤਿਗੁਰੂ ਸਾਹਿਬਾਂ ਦੀਆਂ ਪਿਛਲੇ ਸਮੇਂ ਦੇ ਵਿੱਚ ਬੇਅਦਬੀਆਂ ਹੋਈਆਂ ਤੇ ਹੁਣ ਵੀ ਹੋ ਰਹੀਆਂ ਨੇ। ਉਹਨਾਂ ਬੇਅਦਬੀਆਂ ਦਾ ਕਾਰਨ ਇਹ ਹੈ ਕਿ ਅਸੀਂ ਸਤਿਗੁਰੂ ਸਾਹਿਬਾਂ ਨੂੰ ਨਮਸਕਾਰ ਕਰਦੇ ਹਾਂ, ਗੁਰੂ ਵੀ ਮੰਨਦੇ ਹਾਂ, ਪਰ ਸਤਿਗੁਰੂ ਸਾਹਿਬਾਂ ਨੂੰ ਪ੍ਰਗਟ ਗੁਰਾਂ ਕੀ ਦੇਹ ਨਹੀਂ ਮੰਨਦੇ। ਜੇ ਆਪਾਂ ਸਤਿਗੁਰਾਂ ਨੂੰ ਪ੍ਰਗਟ ਗੁਰਾਂ ਕੀ ਦੇਹ ਮੰਨਦੇ ਹੋਈਏ ਤੇ ਕਦੇ ਵੀ ਅਸੀਂ ਸਤਿਗੁਰੂ ਸਾਹਿਬਾਂ ਦਾ ਜਿੱਥੇ ਪਾਵਨ ਸਰੂਪ ਵਿਰਾਜਮਾਨ ਹੋਵੇ, ਪ੍ਰਕਾਸ਼ਮਾਨ ਹੋਵੇ, ਉਸ ਸਥਾਨ ਨੂੰ ਕਦੇ ਜਿੰਦਰਾ ਨਾ ਲਾਈਏ, ਜਿੰਦਰੇ ਦੀ ਜਗ੍ਹਾ ਪਹਿਰਾ ਲਾਈਏ। ਪਰ ਅਸੀਂ ਪਹਿਰਾ ਨਹੀਂ ਲਾਉਂਦੇ, ਅਸੀਂ ਜਿੰਦਰੇ ਲਾ ਦਿੰਦੇ ਹਾਂ। ਜਦੋਂ ਬੇਅਦਬੀਆਂ ਹੋਣ ਲੱਗੀਆਂ ਉਦੋਂ ਕੈਮਰੇ ਲਾ ਦਿੱਤੇ ਕਿ ਕੈਮਰਿਆਂ ਦੇ ਨਾਲ ਸ਼ਾਇਦ ਬੇਅਦਬੀਆਂ ਰੁਕ ਜਾਣ। ਕੈਮਰੇ ਦੇ ਨਾਲ ਸਾਨੂੰ ਪਤਾ ਲੱਗ ਜਾਵੇਗਾ ਕਿ ਗੁਰੂ ਦਰਬਾਰ ਦੇ ਵਿੱਚ ਹੋਇਆ ਕੀ ਹੈ, ਬੇਅਦਬੀ ਨਹੀਂ ਰੁਕ ਸਕਦੀ। ਜਿੰਦਰੇ ਦੇ ਨਾਲ ਗੁਰੂ ਸਾਹਿਬਾਂ ਦਾ ਦਰਬਾਰ ਬੰਦ ਤਾਂ ਰਹੇਗਾ, ਬੇਅਦਬੀ ਨਹੀਂ ਰੁਕ ਸਕਦੀ। ਸਾਧ ਸੰਗਤ ਜੀ, ਜਿਨ੍ਹਾਂ ਨੇ ਜੇਲ੍ਹ ਦੀ ਯਾਤਰਾ ਕੀਤੀ ਹੈ ਉਹਨਾਂ ਨੂੰ ਪਤਾ ਹੋਵੇਗਾ ਕਿ ਜੇਲ੍ਹ ਦੇ ਵਿੱਚ 3 ਘੰਟੇ ਸਵੇਰੇ ਤੇ 3 ਘੰਟੇ ਸ਼ਾਮਾਂ ਨੂੰ ਜਿਹੜੇ ਕੈਦੀ ਉਹਨਾਂ ਨੂੰ ਛੱਡਿਆ ਜਾਂਦਾ ਹੈ। ਬਾਕੀ ਸਾਰਾ ਸਮਾਂ ਜਿੰਦਰਾ ਮਾਰ ਕੇ ਬੰਦ ਕਰ ਦਿੱਤਾ ਜਾਂਦਾ, ਬੈਰਕਾਂ ਦੇ ਵਿੱਚ, ਚੱਕੀਆਂ ਦੇ ਵਿੱਚ। ਤੇ 3 ਘੰਟੇ ਸਵੇਰੇ 3 ਘੰਟੇ ਸ਼ਾਮਾਂ ਨੂੰ ਉਹਨਾਂ ਨੂੰ ਜਿੰਦਰਾ ਖੋਲ ਕੇ ਤੇ ਬਾਹਰ ਫਿਰਨ ਤੁਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਅੱਜ ਆਪਾਂ ਕੀ ਕਰਦੇ ਹਾਂ, ਸਵੇਰੇ 2-3 ਘੰਟੇ ਜਦੋਂ ਨਿਤਨੇਮ ਹੁੰਦਾ, ਸਵੇਰ ਦਾ ਦੀਵਾਨ ਸਜਦਾ ਏ, ਉਦੋਂ ਜਿੰਦਰਾ ਖੋਲਦੇ ਆ, ਜਾਂ ਸ਼ਾਮਾਂ ਨੂੰ ਸੰਧਿਆ ਦੇ ਟਾਈਮ ਜਦੋਂ ਰਹਿਰਾਸ ਸਾਹਿਬ ਦਾ ਪਾਠ ਹੁੰਦਾ ਉਦੋਂ ਜਿੰਦਰਾ ਖੋਲਦੇ ਆ। ਬਾਕੀ ਸਮਾਂ ਅਸੀਂ ਜੇਲ੍ਹ ਵਾਲਾ ਸਿਸਟਮ ਹੀ ਬਣਾਇਆ ਹੈ ਕਿ ਗੁਰੂ ਦਰਬਾਰ ਨੂੰ ਜਿੰਦਰਾ ਮਾਰ ਕੇ ਤੇ ਆਪੋ ਆਪਣੇ ਘਰਾਂ ਨੂੰ ਚਲੇ ਜਾਂਦੇ ਹਾਂ। ਹਰ ਇੱਕ ਨਗਰ ਦੇ ਵਿੱਚੋਂ ਸਾਧ ਸੰਗਤ ਜੀ ਕਿੰਨੇ ਮੁੰਡੇ ਬਾਹਰ ਗਏ ਨੇ ਅਮਰੀਕਾ ਕੈਨੇਡਾ ਦੇ ਵਿੱਚ। ਜੇ ਉਹ ਸਾਰੇ ਦਸਵੰਧ ਕੱਢਣ ਤੇ ਵਾਧੂ ਪਹਿਰੇਦਾਰ ਸੇਵਾਦਾਰ ਰੱਖੇ ਜਾ ਸਕਦੇ ਨੇ ਕਿ 24 ਘੰਟੇ ਸਤਿਗੁਰੂ ਸਾਹਿਬਾਂ ਦੇ ਦਰਬਾਰ ਦੇ ਵਿੱਚ ਪਹਿਰਾ ਲੱਗਾ ਰਵੇ, ਤਾਂ ਕਿ ਕੋਈ ਵੀ ਬੇਅਦਬੀ ਕਰਨ ਦੀ ਹਿੰਮਤ ਨਾ ਕਰੇ। ਜੇ ਕੋਈ ਬੇਅਦਬੀ ਕਰਦਾ ਤੇ ਉਹਦਾ ਉਸੇ ਵਕਤ ਗਾਟਾ ਲਾਇਆ ਜਾਵੇ, ਤੇ ਜਿਹੜਾ ਗਾਟਾ ਲਾਉਣ ਵਾਲਾ ਗੁਰਸਿੱਖ ਆ ਫਿਰ ਉਹਦਾ ਸਾਥ ਦਿੱਤਾ ਜਾਵੇ। ਕਿਤੇ ਇਹ ਨਾ ਹੋਵੇ ਕਿ ਉਹਨੂੰ ਪੁਲਿਸ ਫੜ ਕੇ ਲੈ ਜਾਵੇ ਤੇ ਅਸੀਂ ਮਗਰ ਉਹਦੀ ਬਾਤ ਹੀ ਨਾ ਪੁੱਛੀਏ। ਪਿਛਲੀ ਅੱਜ ਸੰਗਰਾਂਦ ਵਾਲੇ ਦਿਨ ਦੀ ਗੱਲ ਹੈ ਸਾਧ ਸੰਗਤ ਜੀ, ਕਿਉਂਕਿ ਜਿਹੜੇ ਨਸ਼ੇ ਕਰਨ ਵਾਲੇ ਨੇ ਉਹਨਾਂ ਦਾ ਕੋਈ ਦੀਨ ਧਰਮ ਨਹੀਂ ਹੁੰਦਾ। ਥੋੜੇ ਜਿਹੇ ਪੈਸੇ ਲੈ ਕੇ ਉਸੇ ਵਕਤ ਉਹ ਬੇਅਦਬੀ ਕਰ ਦਿੰਦੇ ਨੇ। ਸੰਗਰਾਂਦ ਵਾਲੇ ਦਿਨ 17 ਤਰੀਕ ਨੂੰ ਕਾਸਤੀਵਾਲ ਪਿੰਡ ਪੈਂਦਾ ਆ ਬਟਾਲੇ ਲਾਗੇ, ਅਲੀਵਾਲ ਦੇ ਲਾਗੇ। ਉੱਥੇ ਤੜਕੇ ਕੋਈ 1:30 ਵਜੇ 2 ਮੋਨੇ ਮੁੰਡੇ ਆਏ। ਉਹਨਾਂ ਨੇ ਗੁਰੂ ਦਰਬਾਰ ਦਾ ਜਿੰਦਰਾ ਭੰਨਿਆ। ਜਿੰਦਰਾ ਭੰਨ ਕੇ ਜੋੜਿਆਂ ਸਣੇ ਹੀ ਬੂਟ ਪਾਏ ਸੀ, ਬੂਟਾਂ ਸਮੇਤ ਹੀ ਅੰਦਰ ਚਲੇ ਗਏ ਤੇ ਗੋਲਕ ਚੁੱਕ ਕੇ ਭੱਜ ਗਏ। ਉਹਨਾਂ ਨੂੰ ਕੋਈ ਨਹੀਂ ਮਰਿਆਦਾ ਦੇ ਨਾਲ ਕਿ ਗੁਰੂ ਦਰਬਾਰ ਦਾ ਅਦਬ ਸਤਿਕਾਰ ਰੱਖਣਾ ਹੈ। ਜਿਹੜੇ ਜੋੜਿਆਂ ਸਣੇ ਗੁਰੂ ਦਰਬਾਰ ਦੇ ਵਿੱਚੋਂ ਗੋਲਕ ਚੁੱਕ ਕੇ ਲੈ ਗਏ ਨੇ, ਉਹ ਬੇਅਦਬੀ ਨਾ ਕਰਨਗੇ ਮਾਇਆ ਦੀ ਖਾਤਰ। ਜੇ ਉਹਨਾਂ ਨੂੰ ਕੁਝ ਪੈਸਾ ਦਿੱਤਾ ਜਾਵੇ, ਜਿਹੜੇ ਸਿੱਖਾਂ ਦੇ ਵਿਰੋਧੀ ਹਨ ਕਿ ਗੁਰੂ ਸਾਹਿਬਾਂ ਦੇ ਸਰੂਪ ਦੀ ਬੇਅਦਬੀ ਕਰਨੀ ਹੈ। ਸਾਧ ਸੰਗਤ ਜੀ, ਇਹ ਸਾਨੂੰ ਸੁਚੇਤ ਹੋਣਾ ਚਾਹੀਦਾ ਹੈ। ਜਿੱਥੇ ਅਸੀਂ ਵੱਡੇ ਵੱਡੇ ਪ੍ਰੋਗਰਾਮ ਕਰਦੇ ਹਾਂ, ਪ੍ਰੋਗਰਾਮ ਬੇਸ਼ੱਕ ਨਾ ਹੋਣ, ਕੋਈ ਗੱਲ ਨਹੀਂ, ਪਰ ਗੁਰੂ ਦਰਬਾਰ ਦੇ ਵਿੱਚ ਪਹਿਰਾ ਜ਼ਰੂਰ ਲਾਇਆ ਜਾਵੇ। ਉਹ ਪਹਿਰਾ ਕਿੱਦਾਂ ਲਾਉਣਾ ਹੈ, ਸਾਡਾ ਫਰਜ਼ ਬਣਦਾ ਹੈ।
ਜਿੱਥੇ ਜਿੱਥੇ ਵੀ ਆਪਾਂ ਗੁਰਦੁਆਰੇ ਬਣਾਏ ਆ, ਗੁਰਦੁਆਰਿਆਂ ਦੇ ਜਿਹੜੇ ਪ੍ਰਬੰਧਕ ਹਨ ਉਹਨਾਂ ਦਾ ਫਰਜ਼ ਬਣਦਾ ਏ, ਨਗਰ ਦੀ ਸੰਗਤ ਦਾ ਫਰਜ਼ ਬਣਦਾ ਏ। ਇਹ ਬੇਨਤੀਆਂ ਸਾਧ ਸੰਗਤ ਜੀ ਪ੍ਰਵਾਨ ਕਰਨੀਆਂ, ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਸਾਹਿਬ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਅਗਾਹ ਵਾਸਤੇ ਸਮਤ ਬਖਸ਼ਣੀ ਕੋਟਾਨ ਕੋਟ ਸ਼ੁਕਰਾਨਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਸਾਹਿਬਾਂ ਦੇ ਹਜ਼ੂਰ ਆਈਆਂ ਹੋਈਆਂ ਸੰਗਤਾਂ ਦਾ ਸਾਰੀਆਂ ਹੀ ਸੰਗਤਾਂ ਗੱਜ ਵੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।